Hello students, today our topic is group 18 elements noble gases। ਅੱਜ ਅਸੀਂ noble gases ਬਾਰੇ ਡਿਸਕਸ ਕਰਾਂਗੇ। ਜਿਹੜੇ noble gases ਹੈ ਉਹਨਾਂ ਵਿੱਚ 6 gases ਆਉਂਦੀਆਂ ਹੈਗੀਆਂ। ਕਿਹੜੀਆਂ ਕਿਹੜੀਆਂ? ਹੀਲੀਅਮ, ਨਿਓਨ, ਆਰਗਨ, ਕ੍ਰਿਪਟੋਨ, ਜ਼ੀਨੋਨ ਐਂਡ ਰੇਡੋਨ। ਕਿਹੜੇ ਕਿਹੜੇ ਹੋ ਗਏ? ਹੀਲੀਅਮ, ਨਿਓਨ, ਆਰਗਨ, ਕ੍ਰਿਪਟੋਨ, ਜ਼ੀਨੋਨ ਐਂਡ ਰੇਡੋਨ। ठीक है, ਜਿਹੜੀ ਇਹ ਵਾਲੀ ਗੈਸਿਸ ਹੈ ਇਹ ਮੋਨੋਟੋਮਿਕ ਗੈਸਿਸ ਹੁੰਦੀਆਂ ਹੈਗੀਆਂ। ਇਹਨਾਂ ਨੂੰ ਦੇ ਆਰ ਆਲਸੋ ਕਾਲਡ ਰੇਅਰ ਗੈਸਿਸ। ਵਾਈ ਦੇ ਆਰ ਕਾਲਡ ਰੇਅਰ ਗੈਸਿਸ? ਬਿਕੋਜ਼ ਦੇ ਆਰ ਪ੍ਰੈਜ਼ੈਂਟ ਇਨ ਵੈਰੀ ਸਮੋਲ ਕੁਆਂਟਿਟੀ। ਐਟਮੋਸਫੀਅਰ ਦੇ ਵਿੱਚ ਰੇਡੋਨ ਨੂੰ ਛੱਡ ਕੇ, ਇਹ ਰੇਡੀਓ ਐਕਟਿਵ ਹੈ, ਇਹਨੂੰ ਛੱਡ ਕੇ ਬਾਕੀ ਜਿਹੜੀ ਗੈਸਿਸ ਹੈ ਉਹ ਐਟਮੋਸਫੀਅਰ 'ਚ ਬਹੁਤ ਘੱਟ ਕੁਆਂਟਿਟੀ ਦੇ ਵਿੱਚ ਪ੍ਰੈਜ਼ੈਂਟ ਹੁੰਦੀਆਂ ਹੈਗੀਆਂ। ਪ੍ਰੈਜ਼ੈਂਟ ਇਨ ਵੈਰੀ ਸਮੋਲ ਕੁਆਂਟਿਟੀ, ਦੈਟਸ ਵਾਈ ਦੇ ਆਰ ਆਲਸੋ ਕਾਲਡ ਰੇਅਰ ਗੈਸਿਸ। ਠੀਕ ਹੈ, ਪਹਿਲਾਂ ਨੋਬਲ ਗੈਸਿਸ ਨੂੰ ਇਨਰਟ ਗੈਸਿਸ ਕਿਹਾ ਜਾਂਦਾ ਥਾ। ਨੋਬਲ ਗੈਸਿਸ ਨਹੀਂ ਬੋਲਦੇ ਥੇ ਸ਼ੁਰੂ 'ਚ ਇਹਨਾਂ ਨੂੰ ਇਨਰਟ ਗੈਸਿਸ ਕਹਿੰਦੇ ਥੇ। ਇਨਰਟ ਦਾ ਮਤਲਬ ਕਿਆ ਹੁੰਦਾ ਹੈਗਾ? ਜਿਹੜਾ ਰਿਐਕਟ ਨਾ ਕਰੇ। ਤੇ ਨੋਬਲ ਗੈਸਿਸ ਦੀ ਇਹੀ ਟੈਂਡੈਂਸੀ ਹੈ ਕਿ ਰਿਐਕਟ ਨਹੀਂ ਕਰਦੇ ਹੈਗੇ, ਤਾਂ ਕਰਕੇ ਇਹਨਾਂ ਨੂੰ ਕਿਆ ਕਹਿੰਦੇ ਥੇ ਕਿ ਇਹ ਇਨਰਟ ਗੈਸਿਸ ਹੈ। ਠੀਕ ਹੈ, ਵਾਈ? ਡਿਊ ਟੂ very less or due to the absence of chemical reactivity। ठीक है, but nowadays they are called noble gases। ਹੁਣ noble gases ਤੇ inert pair ਦੇ ਵਿੱਚ ਕਿਆ, inert gas ਦੇ ਵਿੱਚ ਕਿਆ ਫਰਕ ਹੈ? noble gases ਦਾ ਮਤਲਬ ਹੈ ਕਿ ਜਿਨ੍ਹਾਂ ਦੀ ਰਿਐਕਟਿਵਿਟੀ ਬਹੁਤ ਘੱਟ ਹੈ। it doesn't mean that they are ਬਿਲਕੁਲ ਵੀ ਰਿਐਕਟਿਵ ਨਹੀਂ ਹੈ। ਇਹਨਾਂ ਦੀ ਰਿਐਕਟਿਵਿਟੀ ਘੱਟ ਹੈ, ਮੀਨਸ ਥੋੜੀ ਬਹੁਤ ਰਿਐਕਟਿਵਿਟੀ ਤਾਂ ਹੈ। ਦੈਟਸ ਵਾਈ ਨਾउ ਦੇ ਆਰ ਕਾਲਡ ਨੋਬਲ ਗੈਸਿਸ ਵਿਚ ਹੈਵ ਵੈਰੀ ਲੋ ਰਿਐਕਟਿਵਿਟੀ, having low chemical reactivity। ਇਸ ਕਰਕੇ ਅਸੀਂ ਹੁਣ ਇਹਨਾਂ ਨੂੰ ਕਿਆ ਕਹਿੰਦੇ ਹੈਗੇ? ਨੋਬਲ ਗੈਸਿਸ ਕਹਿੰਦੇ। ਹੁਣ ਇਨਰਟ ਗੈਸਿਸ ਨਹੀਂ ਕਹਿਣਾ ਹੈਗਾ, ਹੁਣ ਕਿਆ ਕਹਿਣਾ ਹੈਗਾ? ਨੋਬਲ ਗੈਸਿਸ ਕਹਿਣਾ ਹੈਗਾ। ਮੀਨਸ ਕਿ ਇਹ ਕੰਪਲੀਟਲੀ ਇਨਰਟ ਨਹੀਂ ਹੁੰਦੇ ਹੈਗੇ, ਇਹਨਾਂ ਦੀ ਥੋੜੀ ਬਹੁਤ ਰਿਐਕਟਿਵਿਟੀ ਹੁੰਦੀ ਹੈ, ਹਾਲਾਂਕਿ ਘੱਟ ਹੀ ਹੁੰਦੀ ਹੈਗੀ। ਨਾਓ ਲੈਟਸ ਡਿਸਕਸ ਅਬਾਊਟ ਪ੍ਰੋਪਰਟੀਜ਼ ਆਫ ਨੋਬਲ ਗੈਸਿਸ। ਨੋਬਲ ਗੈਸਿਸ ਦੀ ਪ੍ਰੋਪਰਟੀਜ਼ ਬਾਰੇ ਅਸੀਂ ਡਿਸਕਸ ਕਰਦੇ ਹਾਂ। ਦ ਫਸਟ ਕਿਹੜੀ ਗੈਸਿਸ ਹੋ ਗਈਆਂ? ਪਹਿਲਾਂ ਤਾਂ ਅਸੀਂ ਇਹੀ ਦੇਖ ਲਈਏ ਦੁਬਾਰਾ। ਕਿਹੜੀ ਗੈਸਿਸ ਹੈ? ਹੀਲੀਅਮ, ਨਿਓਨ, ਆਰਗਨ, ਕ੍ਰਿਪਟੋਨ, ਜ਼ੀਨੋਨ ਐਂਡ ਰੇਡੋਨ। ਠੀਕ ਹੈ, ਇਹ ਵਾਲੀ ਗੈਸਿਸ ਹੈ। ਇਹਨਾਂ ਵਿੱਚ ਹੀਲੀਅਮ ਦਾ ਐਟੋਮਿਕ ਨੰਬਰ 2 ਹੈ, ਨਿਓਨ 10, ਆਰਗਨ 18, 36, 54 and 86। Firstly, we will discuss about the electronic configuration। ਇਲੈਕਟ੍ਰੋਨਿਕ ਕਨਫਿਗਰੇਸ਼ਨ ਅਸੀਂ ਲਿਖ ਕੇ ਦੇਖਦੇ ਹਾਂ। ਇਹਨਾਂ ਦੀ ਇਹ ਪਹਿਲੀ ਪ੍ਰੋਪਰਟੀ ਅਸੀਂ ਕੰਸੀਡਰ ਕਰ ਸਕਦੇ। ਹੀਲੀਅਮ, what will be the electronic configuration? 1s2। neon 1s2, 2s2, 2p6। argon 1s2, 2s2, 2p6, 3s2, 3p6। ठीक है, क्रिप्टोन 1s2, 2s2, 2p6, 3s2, 3p6, 3d10, 4s2, 4p6। ਇਹਦੀ ਕੀ ਆ ਜਾਏਗੀ? ਇਹਦੀ ਆਊਟਰ ਕਨਫਿਗਰੇਸ਼ਨ ਦੇਖੋ, ਇਹਦਾ ਸ਼ੈਲ ਕੰਪਲੀਟ ਹੈ। ਇਧਰ 2s2, 2p6, 3s2, 3p6, 4s2, 4p6। ਤਾਂ ਇਹਦੀ ਕੀ ਆ ਜਾਏਗੀ? 5s2, 5p6 ਐਂਡ ਦਿਸ ਵੁੱਡ ਬੀ 6s2, 6p6। ਤਾਂ ਇਟ ਮੀਨਸ ਅਸੀਂ ਕਹਿ ਸਕਦੇ ਕਿ ਇਹਨਾਂ ਦੀ ਜਨਰਲ ਇਲੈਕਟ੍ਰੋਨਿਕ ਕਨਫਿਗਰੇਸ਼ਨ ਕਿਆ ਹੋਏਗੀ? general electronic configuration would be ns2 np6। ठीक है, हीलियम will be the exception क्योंकि हीलियम के केस ਦੇ ਵਿੱਚ ਡੁਪਲੇਟ ਕੰਪਲੀਟ ਹੁੰਦਾ। ਬਾਕੀ ਜਿਹੜੇ ਆ ਆਪਣੇ ਆਪਣੇ ਕੇਸ ਦੇ ਵਿੱਚ ਕਿਆ ਕੰਪਲੀਟ ਕਰਦੇ ਹੈਗੇ? octet ਕੰਪਲੀਟ ਕਰਦੇ। now they have 8 electron in their outermost shell, it means they have their octet ਕੰਪਲੀਟ। ਤੇ ਜਦੋਂ octet ਕੰਪਲੀਟ ਹੁੰਦਾ ਹੈਗਾ ਤਾਂ ਕੈਮੀਕਲ ਰਿਐਕਟਿਵਿਟੀ ਜਿਹੜੀ ਹੈ ਉਹ ਬਹੁਤ ਘੱਟ ਹੁੰਦੀ ਹੈ। Now the next property, atomic radii। atomic radii ਦੀ ਅਗਰ ਗੱਲ ਕਰੀਏ ਤਾਂ ਨੋਬਲ ਗੈਸਿਸ ਦਾ ਜਿਹੜਾ ਅਟੋਮਿਕ ਸਾਈਜ਼ ਹੈ ਉਹ ਆਪਣੇ ਆਪਣੇ ਪੀਰੀਅਡ 'ਚ ਸਭ ਤੋਂ ਬੜਾ ਹੈ। ਠੀਕ ਹੈ, ਇਹ ਤੁਸੀਂ 11th ਕਲਾਸ 'ਚ ਕੀਤਾ ਹੈ। ਠੀਕ ਹੈ, ਨੋਬਲ ਗੈਸਿਸ
have largest size in their respective period। ठीक है, अपने अपने रिस्पैक्टिव पीरियड ਦੇ ਵਿੱਚ ਇਹਨਾਂ ਦਾ ਜਿਹੜਾ ਸਾਈਜ਼ ਹੈ ਉਹ ਸਭ ਤੋਂ ਬੜਾ ਹੁੰਦਾ। ਇਹਦਾ ਰੀਜ਼ਨ ਕੀ ਹੈ? ਰੀਜ਼ਨ ਤੁਸੀਂ 11th ਕਲਾਸ 'ਚ ਪੜ੍ਹਿਆ ਵਾ ਹੈ ਕਿ ਜਿਹੜੇ ਨੋਬਲ ਗੈਸਿਸ ਹੈ ਉਸ ਕੇਸ ਦੇ ਵਿੱਚ ਅਸੀਂ ਕਿਹੜਾ ਰੇਡੀਅਸ ਕੈਲਕੂਲੇਟ ਕਰਦੇ? ਵਨ ਡਰ ਵਾਲ ਰੇਡੀਅਸ, ਕਿਉਂਕਿ ਕੋਵਲੈਂਟ ਤਾਂ ਇਹਦੇ ਵਿੱਚ ਹੋ ਹੀ ਨਹੀਂ ਸਕਦਾ। ਨੋਬਲ ਗੈਸਿਸ ਜਿਹੜੀਆਂ ਹੈ ਉਹ ਐਟੋਮਿਕ ਫਾਰਮ ਦੇ ਵਿੱਚ ਐਗਜ਼ਿਸਟ ਕਰਦੀਆਂ, ਮੋਨੋ ਐਟੋਮਿਕ ਫਾਰਮ ਦੇ ਵਿੱਚ। ਤਾਂ ਹੁਣ ਜਦੋਂ ਵਨ ਡਰ ਵਾਲ ਰੇਡੀਅਸ ਕੈਲਕੂਲੇਟ ਕੀਤਾ ਜਾਂਦਾ ਤਾਂ ਤੁਸੀਂ 11th ਕਲਾਸ 'ਚ ਵੀ ਪੜ੍ਹਿਆ ਵਾ ਹੈ ਕਿ ਜਿਹੜਾ ਵਨ ਡਰ ਵਾਲ ਰੇਡੀਅਸ ਹੁੰਦਾ ਉਹ ਕੋਵਲੈਂਟ ਰੇਡੀਅਸ ਨਾਲੋਂ ਬੜਾ ਹੁੰਦਾ ਹੈਗਾ। ਤਾਂ ਜਦੋਂ ਅਸੀਂ ਨੋਬਲ ਗੈਸਿਸ ਦੇ ਕੇਸ ਦੇ ਵਿੱਚ ਵਨ ਡਰ ਵਾਲ ਰੇਡੀਆਈ ਕੈਲਕੂਲੇਟ ਕਰ ਰਹੇ ਤਾਂ ਓਬਵੀਅਸਲੀ ਫਿਰ ਉਹ ਐਟੋਮਿਕ ਜਾਂ ਕੋਵਲੈਂਟ ਰੇਡੀਆਈ ਨਾਲੋਂ ਕਿਆ ਹੋਏਗਾ? ਬੜਾ ਹੋਏਗਾ। ਤਾਂ ਇਟ ਮੀਨਸ ਨੋਬਲ ਗੈਸਿਸ ਦਾ ਸਾਈਜ਼ ਆਪਣੇ ਆਪਣੇ ਪੀਰੀਅਡ ਦੇ ਵਿੱਚ ਸਭ ਤੋਂ ਬੜਾ ਹੈ। ਦੇਖੋ ਅਸੀਂ ਸੋਚੂਗੇ ਕਿ ਅਲੋਂਗ ਦਾ ਪੀਰੀਅਡ ਦਾ ਸਾਈਜ਼ ਡਿਕਰੀਜ਼ ਹੁੰਦਾ ਅਤੇ ਨੋਬਲ ਗੈਸਿਸ ਐਂਡ ਦੇ ਵਿੱਚ ਹੈ ਤਾਂ ਉਹਨਾਂ ਦਾ ਸਾਈਜ਼ ਜਿਹੜਾ ਹੈ ਉਹ ਤਾਂ ਸਭ ਤੋਂ ਛੋਟਾ ਹੋਣਾ ਚਾਹੀਦਾ, ਬਟ ਨਹੀਂ, ਉਹਨਾਂ ਦਾ ਸਾਈਜ਼ ਆਪਣੇ ਆਪਣੇ ਪੀਰੀਅਡ ਦੇ ਵਿੱਚ ਸਭ ਤੋਂ ਬੜਾ ਹੁੰਦਾ, ਕਿਉਂਕਿ ਬਾਕੀ ਕੇਸਿਸ ਦੇ ਵਿੱਚ ਅਸੀਂ ਕੋਵਲੈਂਟ ਜਾਂ ਆਇਨਿਕ ਰੇਡੀਆਈ ਕੈਲਕੂਲੇਟ ਕਰਦੇ। ਜਿਹੜੀ ਨੋਬਲ ਗੈਸਿਸ ਹੈ ਉਸ ਕੇਸ ਦੇ ਵਿੱਚ ਕਿਆ ਕੈਲਕੂਲੇਟ ਕੀਤਾ ਜਾਂਦਾ? ਵਨ ਡਰ ਵਾਲ ਰੇਡੀਅਸ। ਅਤੇ ਬਾਈ ਡੈਫੀਨੇਸ਼ਨ ਵਨ ਡਰ ਵਾਲ ਰੇਡੀਅਸ ਇਜ਼ ਗ੍ਰੇਟਰ ਦੈਨ ਕੋਵਲੈਂਟ ਰੇਡੀਅਸ। ਸੋ ਇਸ ਕਰਕੇ ਨੋਬਲ ਗੈਸਿਸ ਦਾ ਜਿਹੜਾ ਸਾਈਜ਼ ਹੈ ਉਹ ਆਪਣੇ ਆਪਣੇ ਪੀਰੀਅਡ 'ਚ ਸਭ ਤੋਂ ਬੜਾ ਹੈ। ਡਾਊਨ ਦਾ ਗਰੁੱਪ ਗੱਲ ਕਰੀਏ ਤਾਂ ਡਾਊਨ ਦਾ ਗਰੁੱਪ ਦਾ ਸਾਈਜ਼ ਇਨਕਰੀਜ਼ ਹੀ ਹੋਏਗਾ। ਕਿਉਂ? ਕਿਉਂਕਿ ਨੰਬਰ ਆਫ ਸ਼ੈਲਸ क्या हो रही? इंक्रीज हो रही। तो इट मीन्स डाउन द ग्रुप एटॉमिक साइज इंक्रीजेस फ्रॉम हीलियम टू रेडॉन। ठीक है, ये तो थानू पता ही है, ड्यू टू इंक्रीज इन नंबर ऑफ शेल्स। So this is about the atomic radii of noble gases. Next property is monoatomic nature। मोनोएटॉमिक नेचर का मतलब क्या है कि नोबल गैसेज एग्जिस्ट एज मोनोएटॉमिक गैसेज। मोनोएटॉमिक, मोनो मीनस वन, इट मीनस इन्हां दे ਇਹ ਐਟੋਮਿਕ ਫਾਰਮ ਦੇ ਵਿੱਚ। मोनोएटॉमिक मीनस क्या हो गया? एक एटम जिहड़ा है वो कल्ला एग्जिस्ट करता। उहदा रीजन क्या है? they have fully filled electronic configuration, NH2 NP6 जनरल इलेक्ट्रॉनिक कन्फिगरेशन। ऑक्टेट क्या है? कंप्लीट है। जो ऑक्टेट कंप्लीट है तो डू यू थिंक ये बॉन्ड बनाना चाहेगा? नहीं बनाएगा। जो बॉन्ड नहीं बनेगा तो ये किहड़ी फॉर्म दे विच एग्जिस्ट करेगा? एटम की फॉर्म दे विच एग्जिस्ट करेगा। ठीक है, सो मोनोएटॉमिक नेचर है ड्यू टू स्टेबल इलेक्ट्रॉनिक कन्फिगरेशन। ठीक है, बॉन्ड नहीं बनाना चाहते, इस करके इन्हां दी जिहड़ी नेचर है या जिहड़ी एग्जिस्टेंस है वो मोनोएटॉमिक फॉर्म दे विच होएगी। नाउ नेक्स्ट प्रॉपर्टी इज आयनाइजेशन एंथैल्पी। व्हाट इज आयनाइजेशन एंथैल्पी? एनर्जी रिक्वायर्ड टू रिमूव द इलैक्ट्रॉन फ्रॉम आउटर मोस्ट शैल ऑफ एन आइसोलेटेड गैसियस एटम। पढ़िया वा तुसीं कि किसी भी एटम के बाहर के शैल चो इलैक्ट्रॉन रिमूव करने वास्ते जिन्नी एनर्जी लगती दैट इज़ कॉल्ड आयनाइजेशन एंथैल्पी। तो तुसीं एक चीज़ होर पढ़ी हुई है, हाफ फिल्ड एंड फुली फिल्ड आर मोर स्टेबल। तो उन्होंने आयनाइजेशन एंथैल्पी क्या होंगी हैगी? ज़्यादा होंगी हैगी। तो नोबल गैसेस फुली फिल्ड है, फुली फिल्ड इलैक्ट्रॉनिक कन्फिगरेशन होने करके इन्हां दी जिहड़ी इलैक्ट्रॉनिक आयनाइजेशन एंथैल्पी है वो बहुत ज़्यादा हाई है। अपने अपने पीरियड सब तो ज़्यादा आयनाइजेशन एंथैल्पी नोबल गैसेस की है। ठीक है, सो नोबल गैसेस हैज़ highest ionization enthalpy in their respective periods. Why? Due to fully filled electronic configuration. ठीक है, सो दिस इज द मेन रीजन कि आयनाइजेशन एंथैल्पी नोबल गैसेस की क्यों ज़्यादा है। तो डाउन द ग्रुप क्या होएगा? डाउन द ग्रुप आयनाइजेशन एंथैल्पी क्या होएगी? डिक्रीज। क्यों? क्योंकि साइज क्या हो रहा? इंक्रीज हो रहा ड्यू टू इंक्रीज इन एटॉमिक साइज। क्लीयर है? ये चीज़ें तो असीं पहला भी कर चुके हुए। नेक्स्ट प्रॉपर्टी इज इलैक्ट्रॉन गेन एंथैल्पी। नोबल गैसेस का जिहड़ा आउटर मोस्ट शैल है वो फुली फिल्ड है,
ना इलैक्ट्रॉन लैंड 'ਚ इंटरस्टिड है ना इलैक्ट्रॉन लूज करन 'ਚ इंटरस्टिड है। तो इलैक्ट्रॉन गेन एंथैल्पी जी इन्हों की पॉजिटिव होगी। रीजन क्या है, ऑलरेडी फुली फिल्ड है, नवे इलैक्ट्रॉन वास्ते जगह नहीं है, अगर वो आएगा भी तो नवे शैल दे विच आएगा, तो वो वास्ते सानू जबरदस्ती ऐड करना पै रहा, तो सानू एनर्जी क्या करनी पेगी, सप्लाई करनी पेगी। सो इट मीनस इन्हों की इलैक्ट्रॉन गेन एंथैल्पी क्या होगी, पॉजिटिव होगी। ठीक है, सो नोबल गैसेस हैव positive electron gain enthalpy. Why? Because they have fully filled valence orbitals and have no tendency to gain the electron. ठीक है, सो ये भी क्वेश्चन आ सकता है कि नोबल गैसेस की जी इलैक्ट्रॉन गेन एंथैल्पी है वो पॉजिटिव क्यों होंगी, तो क्यों होंगी है क्योंकि ऑलरेडी उन्होंने शैल क्या है, कंप्लीट है, तो अगर असी इलैक्ट्रॉन ऐड करना चाहते तो वो जबरदस्ती ऐड करना पेगा, यू हैव टू सप्लाई द एनर्जी, इस करके इलैक्ट्रॉन गेन एंथैल्पी क्या हो जाएगी, पॉजिटिव हो जाएगी। द नेक्स्ट प्रॉपर्टी इज मेल्टिंग एंड बॉइलिंग पॉइंट। नोबल गैसेस है, गैसेस तो पता लग रहा कि इन्हों का मेल्टिंग तो बॉइलिंग पॉइंट क्या होएगा, लो होएगा। रीजन क्या है, ड्यू टू वीक वंडरवाल फोर्सिस, वंडरवाल फोर्सिस वीक होने करके इन्हों का मेल्टिंग तो बॉइलिंग पॉइंट दोनों ही क्या होंगे है, वीक घट होंगे है, ड्यू टू द प्रेजेंस ऑफ वीक वंडरवाल्स forces. Noble gases has low melting point and boiling point. अच्छा, फिर डाउन द ग्रुप वंडरवाल फोर्सेस में क्या होगा, इंक्रीज होएगा। क्यों, क्योंकि वंडरवाल फोर्सेस साइज पर डिपेंड करती है, जैसे डाउन द ग्रुप जाओगे तो साइज इंक्रीज होएगा, वंडरवाल फोर्सेस भी इंक्रीज होंगे, तो मेल्टिंग तो बॉइलिंग पॉइंट भी क्या होएगा, इंक्रीज होएगा। ठीक है, सो डाउन द ग्रुप मेल्टिंग पॉइंट एंड बॉइलिंग पॉइंट क्या होएगा, इंक्रीजेस, इंक्रीज ड्यू टू इंक्रीज इन मैग्नीट्यूड ऑफ वंडरवाल्स फोर्सेस। ठीक है, क्लियर है। नेक्स्ट प्रॉपर्टी इज ईज ऑफ लिक्विफिकेशन। ईज ऑफ लिक्विफिकेशन का मतलब होंगे तुसी इन्हों किन्नी ईजीली लिक्विफाई कर सकते। असी उपर डिस्कस किया कि नोबल गैसेस के विच वीक वंडरवाल फोर्सेस होंदियां, तो उहदे करके इन्हां दे पार्टिकल्स एक दूजे नाल वीकली बाउंडेड है, तो उन्होंने जिहड़ा लिक्विफाई करना है, लिक्विफिकेशन का मतलब क्या है, पार्टिकल्स नूं एक दूजे के नेड़े लैके आना, वो जिहड़ा है औखा हो जाएगा। सो इट मीनस जिहड़ी नोबल गैसेस है उन्हां दी लिक्विफिकेशन जिहड़ी है वो ईजी नहीं होंदी हैगी। हाउएवर डाउन द ग्रुप जो असीं जाते तो वंडरवाल फोर्सेस क्या हो रहे, इंक्रीज हो रहे, तो उन्होंने गैसेस नूं लिक्विफाई करना जिहड़ा है वो आसान हो जाएगा। तो असीं इत्थे कह सकते हैं दैट नोबल गैसेस हैव वीक वंडरवाल फोर्सेस hence difficult to liquefy. However, डाउन द ग्रुप क्या होगा, डाउन द ग्रुप ease of liquefaction increases due to increase in वंडरवाल्स फोर्सेस। ठीक है, डाउन द ग्रुप वंडरवाल फोर्सेस इंक्रीज होंगी तो गैसेस नूं लिक्विफाई करना भी क्या हो जाएगा, आसान हो जाएगा। सो दिस इज ऑल अबाउट द फिजिकल एंड एटॉमिक प्रॉपर्टीज ऑफ वंडरवाल नोबल गैसेस।